ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਅੱਜ ਸਰਵਣ ਕਰਾਂਗੇ ਸੰਤ ਮਸਕੀਨ ਜੀ ਪਾਸੋਂ। ਬਹੁਤ ਹੀ ਮੋਟੀਵੇਸ਼ਨ ਵਾਲੀ ਕਥਾ ਹੈ ਜੀ। ਇਸ ਕਥਾ ਵਿੱਚੋਂ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਜੀ। ਸਾਰੀ ਸਾਧ ਸੰਗਤ ਜ਼ਰੂਰ ਸਰਵਣ ਕਰਿਓ ਜੀ। ਸੋ ਕਥਾ ਪਾਠ ਇਹ ਜ਼ਰੂਰ ਆਪਣੇ ਘਰ ਵਿੱਚ ਲੱਗਾ ਹੋਣਾ ਚਾਹੀਦਾ ਵਾ। ਜਾਂ ਜਿਸ ਤਰ੍ਹਾਂ ਮੰਨ ਲਓ ਆਪਾਂ ਉਹ ਚਿੱਪ ਵਾਲੀ ਗੁਰੂ ਸਾਹਿਬ ਦੀ ਤਸਵੀਰ ਹੋਵੇ, ਉਹਦੇ ਵਿੱਚ ਸੁਖਮਨੀ ਸਾਹਿਬ ਦਾ ਪਾਠ ਜਾਂ ਜਪਜੀ ਸਾਹਿਬ ਦਾ ਪਾਠ ਲੱਗਾ ਰਵੇ, ਜਾਂ ਕਥਾ ਮਸਕੀਨ ਜੀ ਦੀ ਚੱਲਦੀ ਰਵੇ, ਜਾਂ ਕੁਛ ਵੀ, ਉਹ ਕਦੇ ਨਾ ਕਦੇ ਕੰਨਾਂ ਵਿੱਚ ਪੈਂਦੀ ਰਹਿੰਦੀ, ਘਰ 'ਚ 24 ਘੰਟੇ ਚੱਲੀ ਜਾਊ ਜਦੋਂ ਹੌਲੀ ਜਿਹੀ ਆਵਾਜ਼ 'ਚ। ਅਤੇ ਇਹ ਕਰਕੇ ਮੈਂ ਚਾਹੁੰਦਾ ਕਿ ਕੁਛ ਨਾ ਕੁਛ ਬੰਦੇ ਦੇ ਜ਼ਰੂਰ ਤਬਦੀਲੀਆਂ ਆਉਂਦੀਆਂ ਜੀ। ਜੋ ਕੁਝ ਆਪਾਂ ਸੁਣਾਂਗੇ, ਜਿਹੋ ਜਿਹੀ ਸੰਗਤ ਹੋਊਗੀ ਉਹਦੇ ਹਿਸਾਬ ਨਾਲ ਬੰਦਾ ਜ਼ਰੂਰ ਉਸ ਸੰਗਤ ਦਾ ਰੰਗਤ ਚੜ੍ਹਦੀ ਆ ਜੀ, ਜ਼ਰੂਰ ਚੜ੍ਹਦੀ ਸੰਗਤ ਦੀ ਰੰਗਤ। ਬਾਕੀ ਆਪ ਜੀ ਬਹੁਤ ਸਿਆਣੇ ਜੋ ਜੀ। ਮੇਰੀ ਨਿਮਾਣੀ ਜੀ ਕੋਸ਼ਿਸ਼ ਹੈ ਜੀ ਇਹ ਵੀਡੀਓ ਪਾਉਣ ਦੀ। ਆਪ ਜੀ ਬਹੁਤ ਪਿਆਰ ਦੇ ਰਹੇ, ਆਪ ਜੀ ਦਾ ਕੋਟਨ ਕੋਟ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੁਛ ਆਖ ਤੇ ਕੁਛ ਸੁਣ, ਪਰ ਕੰਨ ਤੇਰੇ ਦੋ ਨੇ, ਜ਼ਬਾਨ ਇੱਕ ਹੈ ਤੇ ਇੱਕ ਬੋਲ ਤੇ ਦੋ ਸੁਣ। ਗੱਲ ਜਿਹੜੀ ਉਹ ਇਤਨੀ ਹੈ, ਤੇ ਕੁਛ ਸੁਣ। ਤੇ ਕਈ ਦਫਾ ਮੈਂ ਦੇਖਿਆ ਬੰਦਾ 1000 ਬੋਲ ਕੇ ਇੱਕ ਵੀ ਨਹੀਂ ਸੁਣਦਾ, ਬੋਲੀ ਜਾਂਦਾ, ਸੁਣਦਾ ਨਹੀਂ। ਵੀ ਕਿਸੇ ਦੀ ਸੁਣ ਵੀ ਲੈ। ਜਿੰਨਾ ਜ਼ਿਆਦਾ ਬੋਲੇਗਾ ਮਨ ਖਿੰਡੇਗਾ, ਜਿੰਨਾ ਜ਼ਿਆਦਾ ਬੋਲੇਗਾ ਸ਼ਕਤੀ ਖਿਲਰੇਗੀ, ਤਾਕਤ ਨਾਸ ਹੋਵੇਗੀ। ਈਰਾਨ ਦਾ ਪ੍ਰਸਿੱਧ ਸੰਤ ਸ਼ੇਖ ਸਾਦੀ, ਉਹ ਕਹਿੰਦਾ ਹੈ, ਕਮ ਆਵਾਜ਼ ਹਰਗਿਜ਼ ਨਾ ਬੀਨੀ ਖਜਲ, ਜਵੈ ਮੁਸ਼ਕ ਬਹਿਤਰ ਯਕ ਤੋ ਦਾ ਗਿਲ। ਉਹ ਕਹਿੰਦਾ ਮੈਂ ਕਦੀ ਖੱਜਲ ਖੁਆਰ ਹੁੰਦਾ ਆ ਉਹ ਬੰਦਾ ਨਹੀਂ ਦੇਖਿਆ ਜਿਹੜਾ ਘੱਟ ਬੋਲਦਾ ਹੈ, ਲੋੜ ਦੇ ਮੁਤਾਬਕ ਬੋਲਦਾ ਹੈ, ਮਾਹੌਲ ਦੇ ਮੁਤਾਬਕ ਬੋਲਦਾ ਹੈ। ਲੋੜ ਤੇ ਮਾਹੌਲ ਇਹ ਦੋ ਗੱਲਾਂ ਲਾਜ਼ਮੀ ਨੇ। ਕਿਸੇ ਘਰ ਦੇ ਵਿੱਚ ਮੌਤ ਹੋ ਗਈ ਉੱਥੇ ਤੇ ਬੰਦਾ ਵਿਆਹ ਦੇ ਸੋਲੇ ਲੈ ਬੈਠੇ, ਕੋਈ ਚੰਗੀ ਗੱਲ ਹੈ? ਉੱਥੇ ਪਬਦੀ ਨਹੀਂ। ਤੇ ਵਿਆਹ ਸ਼ਾਦੀ ਦਾ ਘਰ ਹੈ, ਉੱਥੇ ਮੌਤ ਦੀਆਂ ਗੱਲਾਂ ਹੀ ਲੈ ਬੈਠਾ। ਇਹਨੂੰ ਮਾਹੌਲ ਦਾ ਹੀ ਨਹੀਂ ਪਤਾ, ਵਕਤ ਦਾ ਹੀ ਨਹੀਂ ਪਤਾ। ਵਕਤ ਵਿਚਾਰੇ ਸੁਬੰਦਾ ਹੋਏ, ਫਿਰ ਉਤਨਾ ਬੋਲ ਜਿੰਨੀ ਕੀ ਲੋੜ ਹੈ। ਬੜੀ ਕੀਮਤੀ ਗੱਲ ਉਸਨੇ ਕਹੀ ਹੈ, ਜਵੈ ਮੁਸ਼ਕ ਬਹਿਤਰ ਯਕ ਤੋ ਦਾ ਗਿਲ। ਜੌ ਦੇ ਦਾਣੇ ਜਿੰਨੀ ਇੱਕ ਗੱਲ ਆਖ ਨਿੱਕੀ, ਪਰ ਹੋਵੇ ਮੁਸ਼ਕ ਕਪੂਰ ਵਰਗੀ। ਤੇ ਤੂੰ ਗੱਲਾਂ ਦਾ ਢੇਰ ਲਾ ਦੇਵੇਂ ਪਹਾੜ ਤੋਦਾ, ਤੇ ਹੋਵੇ ਸਾਰੀ ਮਿੱਟੀ ਖਾਕ, ਕਿਹੜੇ ਕੰਮ ਦੀ? ਗੱਲ ਇੱਕ ਆਖ ਪਰ ਹੋਵੇ ਮੁਸ਼ਕ ਕਪੂਰ ਵਰਗੀ, ਭਾਵੇਂ ਉਹ ਗੱਲ ਜੌ ਦੇ ਦਾਣੇ ਜਿੰਨੀ ਨਿੱਕੀ ਹੋਵੇ। ਜਵੈ ਮੁਸ਼ਕ ਬਹਿਤਰਜ਼ ਯਕ ਤੋਦਾ ਗਿਲ। ਇੱਕ ਤੋਦਾ ਮਿੱਟੀ ਦਾ, ਗਿਲ ਮਿੱਟੀ ਨੂੰ ਕਹਿੰਦੇ ਨੇ, ਉਹਦੇ ਨਾਲੋਂ ਬਿਹਤਰ ਹੈ ਉਹ ਜੌ ਦਾ ਦਾਣਾ ਬਸ਼ਰਤੇ ਮੁਸ਼ਕ ਕਪੂਰ ਵਰਗਾ। ਇੱਕ ਨਿੱਕੀ ਗੱਲ ਜਿਹਦੇ ਚ ਸੁਗੰਧੀ ਹੋਵੇ, ਜਿਹਦੇ ਚ ਕੁਝ ਗੱਲ ਹੋਵੇ। ਪਰ ਇਹ ਮਹਾਂਪੁਰਸ਼ ਇੱਥੇ ਤੱਕ ਵੀ ਕਹਿੰਦਾ ਹੈ ਕਿ ਜਿੱਥੇ ਮੇਰੀ ਲੋੜ ਨਹੀਂ ਉੱਥੇ ਮੈਨੂੰ ਨਹੀਂ ਬੋਲਣਾ ਚਾਹੀਦਾ, ਮੇਰੇ ਬੋਲਣ ਦਾ ਕੋਈ ਹੱਕ ਹੀ ਨਹੀਂ। ਫਿਰ ਅੱਗੇ ਕਹਿੰਦਾ ਹੈ, ਵਗਰ ਬੀਨਮ ਕੇ ਨਾ ਬੀਨਾਓ ਚਾਹ ਅਸਤ। ਅਗਰ ਮੈਂ ਦੇਖਾਂ ਕਿ ਇੱਕ ਅੰਧੇ ਦੇ ਅੱਗੋਂ ਖੂਹ ਹੈ, ਅੱਖਾਂ ਕੋਈ ਨਹੀਂ ਤੇ ਚੱਲ ਰਿਹਾ ਤੇ ਅੱਗੋਂ ਖੂਹ ਹੈ, ਵਗਰ ਬੀਨਮ ਕੇ ਨਾ ਬੀਨਾਓ ਚਾਹ ਅਸਤ। ਅਗਰ ਖਾਮੋਸ਼ ਬਨਸ਼ੀਨਮ ਗੁਨਾਹ ਅਸਤ। ਅਗਰ ਮੈਂ ਉੱਥੇ ਚੁੱਪ ਰਹਿ ਜਾਣਾ ਪਾਪ ਹੈ, ਗੁਨਾਹ ਹੈ। ਮੈਨੂੰ ਕਹਿ ਦੇਣਾ ਚਾਹੀਦਾ ਹੈ, ਰੁਕ ਜਾ, ਅੱਗੋਂ ਖੂਹ ਹੈ। ਪਰ ਇੱਕ ਦੀਆਂ ਅੱਖਾਂ ਵੀ ਖੁੱਲੀਆਂ ਹੋਈਆਂ ਨੇ, ਉਹਨੂੰ ਦਿਖਾਈ ਵੀ ਦਿੰਦਾ ਹੈ, ਤੇ ਫਿਰ ਮੈਂ ਢਡੋਰਾ ਪਿੱਟੀ ਜਾਵਾਂ ਬਈ ਅੱਗੋਂ ਖੂਹ ਹੈ, ਅੱਗੋਂ ਖੂਹ ਹੈ। ਸ਼ੇਖ ਸਾਦੀ ਕਹਿੰਦੇ ਨੇ ਤੇ ਮੂੜਦਾ ਹੈ, ਇਹ ਤੇ ਮੂਰਖਤਾ। ਅਗਲੇ ਨੂੰ ਦਿਖਾਈ ਦਿੰਦਾ ਪਿਆ, ਅਗਲਾ ਵੇਖ ਰਿਹਾ ਖੂਹ, ਤੈਨੂੰ ਢਡੋਰਾ ਪਿੱਟਣ ਦੀ ਕੀ ਲੋੜ ਹੈ? ਵੇਖਦਾ ਪਿਆ। ਹਾਂ, ਵਗਰ ਬੀਨਮ ਕੇ ਨਾ ਬੀਨਾਓ ਚਾਹ ਅਸਤ, ਅਗਰ ਖਾਮੋਸ਼ ਬਨਸ਼ੀਨਮ ਗੁਨਾਹ ਅਸਤ। ਭਗਤ ਕਬੀਰ ਨੇ ਵੀ ਮੰਨਿਆ ਕਿ ਬੋਲਤ ਬੋਲਤ ਬਢੇ ਬਿਕਾਰਾ, ਬਿਨ ਬੋਲੇ ਕਿਆ ਕਰੇ ਵਿਚਾਰਾ। ਬਹੁਤਾ ਬੋਲਣ ਨਾਲ ਵਿਕਾਰ ਵੱਧਦੇ ਨੇ, ਮਨ ਖਿੰਡਦਾ ਹੈ। ਤੇ ਬਹੁਤਾ ਬੋਲਣਾ ਗੁਰੂ ਨਾਨਕ ਦੀ ਦ੍ਰਿਸ਼ਟੀ 'ਚ ਬਹੁਤਾ ਬੋਲਣ ਝੱਖਣ ਹੋਏ, ਝੱਖਣਾ ਹੀ ਐਵੇਂ ਹੀ ਬੋਲੀ ਜਾਣਾ, ਬੋਲੀ ਜਾਣਾ, ਬੋਲੀ ਜਾਣਾ, ਨਾ ਸਿਰ ਨਾ ਪੈਰ, ਕਦੀ ਸੱਜੇ ਕਦੀ ਖੱਬੇ, ਕੋਈ ਮਕਸਦ ਨਹੀਂ, ਕੋਈ ਮੁੱਦਾ ਨਹੀਂ, ਕੋਈ ਲੋੜ ਨਹੀਂ, ਕੋਈ ਜ਼ਰੂਰਤ ਨਹੀਂ, ਬੋਲੀ ਜਾਣਾ। ਮਨ ਖਿੰਡੇਗਾ, ਸ਼ਕਤੀ ਨਾਸ ਹੋਵੇਗੀ। ਇਸ ਵਾਸਤੇ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਨੇ
कि बहुत ना ही बोलना यह भी एक रब्बी गुण है। और आलम शेख सादी ते इत्थे तक कहते हैं कि जिस बंदे दी जबान बंदे दे काबू च नहीं, बेहतर है उस तो नालों ओ बंदा जिहदी जबान गूंगी है, बोल ही नहीं सकता। अगां चल के कहंदा बेवकूफी दी निशानियां की ने, मूर्खता दी निशानियां की ने। दो चीज अकल तीरा अस्त दम फरो बस्तन। मुख्तसर में अर्ज करदा पिया, गुफ्तम बवकत खामोशी, बवकत खामोशी गुफ्तम। बोलन दे वकत चुप कर जाना ते चुप करन दे वकत बोल पैना, बस मूर्खता दी निशानियां। कहंदा ये दो गल्लां मूड़ पड़े दियां निशानियां। जिथे चुप करना चाहिदा सी उत्थे बोली गया है, ते जिथे बोलना चाहिदा सी उत्थे चुप करके बैठ गया, बोलिया ही नहीं। इस तरह दे बंदे नूं पता है मूर्ख क्यों आख्या गया? मैं मूर्ख दे अर्थ पढ़े ने महान कोश दे च। मूर्ख जो अगले दा मुंह रख के चुप कर गया, बोलिया ही नहीं। कहंदा की करी, अगले दा मुंह रखना सी ते मुंह रख के जिहड़ा चुप कर गया, मूर्ख ओनू कहंदे ने और कोई ना कहंदे। फिर कुछ ऐसियां गल्लां आख गया है जिहड़ियां कहणियां ही नहीं चाहिदियां सन, बड़ी मान मर्यादा दी किसे दे संबंध विच। ते पुछिए तू क्यों आखियां? कहंदा अगले दा मुंह रखना सी, की करिए। उन ते कहणियां नहीं सन, पर अगले दा मुंह रखना सी, कह दित्तियां ने। मूर्ख बोलन लगिया जिन्हें मुंह अगे रखे, विचार नहीं, दिमाग नहीं। खान पीन लगिया बस मुंह अगे रखे, सोच नहीं, विचार नहीं। मूर्ख भी तू जो मुंह च पांदा पे सोच भी ते लेके ही पा रहे हैं। शराब पी रहे हैं, सोच ते सही, एक एक घुट ने करना की है तेरे अंदर। हैरानगी दी गल, बाकी खाने पीने दे संबंध विच तमाम धार्मिक दुनिया दे मतभेद ने। कोई पाप कहंदा है, कोई पुण्य कहंदा है, पर शराब नूं सारे ही धर्मां ने पाप कह दिता। पता क्यों? रब नाल ओही जुड़ सकदा है जिहड़ा होश दे च होवे, ज्यादा सुचेत होवे, ते शराब बेहोश करदी है, अचेत करदी है। इस वास्ते इस्लाम ने भी हराम कह दिता ते बाकी तमाम धर्मां ने भी इसकी निंदा कर दी। एक बोतल पुरखा तू शराब दी पींदा पे, घट तो घट 2-4 किलो खंड ते तेरे अंदर गई। आखिर मिठे दा सत्त है और की है? मिठे दा ही सत्त है ना। ते इतना मिठा तेरे अंदर चला गया ते हुणे दुनिया भर दे रोग नहीं पैदा करेगा ते और की करेगा? अनर्थ नहीं पैदा करेगा ते और की करेगा? मुंह रख, बस सिर्फ मुंह अगे रखे है। पर हुण कोई ये सोच लवे कि बोलन लग्या मन खिंडदा है, बोलन लग्या शक्ति नास होंदी है, बोलन लग्या मन विच विकार पैदा होंदे ने, लिहाजा मैं बोलना ही नहीं ते मुंह नहीं, जबान दी वरतो ही नहीं करनी। साहिब कहंदे ने ये भी कोई सही चुनाव नहीं। देखो सितार दियां तारां बहुतियां कसदे ही है ना ते संगीत दी धुन नहीं निकलदी, बहुत उच्चा सुर हो जाएगा। ते जे बिल्कुल ढिलियां कर दी है ते नगमा उंज नहीं निकलदा। ना बहुतियां कसियां चाहिदियां ने, ना बहुतियां ढिलियां। पुरखा इतना भी ना बोल के तू बड़बोला हो जाए, ते इतना भी चुप ना रहे कि तू मौनी हो जाए। जिथे तेरी लोड़ है बोल, गल इतनी है। इस वास्ते साहब कहने चुप है, चुप ना हो वही जे लाए रेहान लेवतार। एक लेवतार जे चुप तो धारण कर ले। 12-12 साल दे मौनी मौजूद ने, और ऐसा भी मैं देखा है कई दफा मौन अपनी बचाव वास्ते भी आंदा है। देश विच जद एमरजेंसी लगी ते हिंदुस्तान विच एक सब तो वड्डा साधु ते गुजर गया, विनोबा भावे। इन्हें उन्हां दिनां च मौन रख ले, अगे पिछे कथा करदा फिरदा सी, बोलदा सी, ते जैसे एमरजेंसी लागू हुई ना ते इन्हें आखे मैं अज तो मौन धारण कीता। हद हो गई, सच सुनाए सी, सच की वेला बोलन दे वक्त मौन धारण कर ले, चुप कर गए। ये संतपना नहीं है, ये कोई भगती नहीं है। ते गुरु नानक दा जिगरा जिन्हें बाबर नूं मुंह ते ही कह दिता तू जाबर है, बाबर थोड़ी है, जाबर है। ये ते गुरु गोबिंद सिंह जी महाराज दा जिगरा जिन्हां ने कह दिता नज़ेबत तुरा नाम औरंगजेब के औरंगजेब नबायद फरेब। ऐ औरंगजेब ये नाम तेनू शोभा नहीं देंदा जेड़ा तू रखे है, क्योंकि औरंगजेब दे आखिरी अर्थ ने तख्त दी शोभा, ते तू तख्त दी शोभा थोड़ी है। तेरे जैसा जद बैठदा है तो तख्त भ्रष्ट हो जाता है, मैला हो जाता है। नज़ेबत तुरा नाम औरंगजेब के औरंगजेब नबायद फरेब। तो साहिब कहंदे ने चुप रहन दे नाल
मन नहीं चुप करता, बोले नाई होए बैठा मौनी, अंतर कल्प भवाईए जौनी। ते मैं ये देखिया ਜਿਹੜੇ ਹੁਣ ਮੌਨ ਧਾਰਨ ਕਰ ਲੈਂਦੇ ਨੇ ਤੇ ਕੁਛ ਨਾ ਕੁਛ ਤੇ ਲੋੜਾਂ ਹੁੰਦੀਆਂ ਨੇ, ਫਿਰ ਇਸ਼ਾਰਿਆਂ ਨਾਲ ਗੱਲਾਂ ਕਰਦੇ, ਤੇ ਇਸ਼ਾਰੇ ਤੇ ਮਨ ਦੇ ਫੁਰਨੇ ਨੇ, ਤੇ ਬੋਲਣਾ ਵੀ ਤੇ ਮਨ ਦੇ ਫੁਰਨੇ ਕਰਕੇ ਹੀ ਹੈ ਨਾ। ਪਹਿਲੇ ਤੇ ਮਨ ਚੋਂ ਹੀ ਫੁਰਨੇ ਪੈਦਾ ਹੁੰਦੇ ਨੇ। ਜੋ ਜੀ ਹੋਏ ਸੋ ਉਗਵੇ ਮੌਕਾ ਕਿਆ ਵਾਓ। ਇੱਕ ਬੰਦਾ ਇਹ ਆਖ ਦੇਵੇ ਵੀ ਮਿੱਤਰ ਇਹ ਗੱਲ ਬੁਰੀ ਨਾ ਮਨਾਈ, ਮੇਰੇ ਮੂੰਹੋਂ ਐਵੇਂ ਨਿਕਲ ਗਈ ਹੈ, ਮੈਂ ਕਹਿਣਾ ਨਹੀਂ ਚਾਹੁੰਦਾ ਸੀ, ਹੋ ਹੀ ਨਹੀਂ ਸਕਦਾ। ਅਗਰ ਤੇਰੇ ਅੰਦਰ ਨਹੀਂ ਸੀ ਤੇ ਮੂੰਹੋਂ ਨਿਕਲ ਵੀ ਨਹੀਂ ਸਕਦੀ, ਸਵਾਲ ਹੀ ਨਹੀਂ ਪੈਦਾ ਹੁੰਦਾ। ਜੋ ਜੀ ਹੋਏ ਸੋ ਉਗਵੇ, ਇਹ ਤੇ ਜੋ ਅੰਦਰ ਹੁੰਦਾ ਉਹ ਮੂੰਹ ਚੋਂ ਪ੍ਰਗਟ ਹੁੰਦਾ। ਇਹ ਗੱਲ ਵੱਖਰੀ ਕਿ ਹੁਣ ਤੇਰੇ ਅੰਦਰ ਨਾ ਹੋਵੇ, ਪਰ ਉਦੋਂ ਸੀ ਤਾਂ ਤੇਰੀ ਜ਼ਬਾਨ ਬਿਆਨ ਕਰ ਗਈ, ਵਰਨਾ ਕਹਿ ਨਹੀਂ ਸਕਦੀ ਸੀ। ਤਾਂ ਤੇਰੀ ਰਸਨਾ ਤੋਂ ਇਹ ਬੋਲ ਨਿਕਲੇ ਨੇ, ਵਰਨਾ ਨਿਕਲ ਹੀ ਨਹੀਂ ਸਕਦੇ ਸਨ। ਤੋ ਬੋਲ ਵੀ ਅੰਦਰ ਮਨ ਦੇ ਫੁਰਨਿਆਂ ਨਾਲ ਨਿਕਲਦੇ ਨੇ, ਤੇ ਇਸ਼ਾਰੇ ਵੀ ਮਨ ਦੇ ਫੁਰਨਿਆਂ ਨਾਲ ਨਿਕਲਦੇ ਨੇ। ਤੇ ਇਸ਼ਾਰਾ ਵੀ ਤੇ ਭਾਸ਼ਾ ਹੀ ਹੈ। ਪ੍ਰਾਚੀਨ ਸਮੇਂ 'ਚ ਜਦ ਮਨੁੱਖ ਦੇ ਕੋਲ ਭਾਸ਼ਾ ਨਹੀਂ ਸੀ ਤਾਂ ਇਸ਼ਾਰੇ ਹੀ ਭਾਸ਼ਾ ਸਨ। ਤੇ ਮੈਂ ਅਰਜ਼ ਕਰਾਂ, ਅੱਜ ਵੀ ਸਾਰੀ ਦੁਨੀਆ ਦੇ ਇਸ਼ਾਰੇ ਇੱਕ ਨੇ। ਨਾ ਕਰਨਾ ਨਾ, ਤੇ ਅੱਜ ਵੀ ਬੰਦਾ ਉਸੇ ਢੰਗ ਨਾਲ ਸਿਰ ਹਿਲਾ ਲੈਂਦਾ। ਸਿਰ ਹਿਲਾਣਾ ਇਸ਼ਾਰਾ ਹੈ, ਇੰਜ ਕਰਦੇ ਆ। ਤੇ ਹਾਂ ਕਰਨੀ ਹੈ ਤੇ ਬੰਦਾ ਇੰਜ ਕਰ ਦਿੰਦਾ, ਸਾਰੀ ਦੁਨੀਆ 'ਚ ਕਰਦਾ, ਅੱਜ ਵੀ ਕਰਦਾ। ਇਸ਼ਾਰੇ ਸਾਰੀ ਦੁਨੀਆ ਦੇ ਕਦੀ ਬਗੌਰ ਮੁਤਾਲਾ ਕਰਕੇ ਵੇਖਣਾ ਮਿਲਦੇ ਨੇ। ਤੇ ਇਸ਼ਾਰੇ ਵੀ ਤੇ ਬੋਲਣਾ ਹੀ ਹੈ, ਹੋਰ ਕੀ ਹੈ। ਤੇ ਇਸ਼ਾਰਿਆਂ ਨਾਲ ਮੰਗੀ ਜਾਣਾ, ਇਸ਼ਾਰਿਆਂ ਨਾਲ ਕੁਝ ਗੱਲ ਕਰਨੀ ਤੇ ਮੌਨੀ ਜੀ ਹੈ। ਤੇ ਇਸ਼ਾਰੇ ਵੀ ਬੋਲਣਾ ਹੈ। ਇਸ ਵਾਸਤੇ ਸਾਹਿਬ ਕਹਿੰਦੇ ਨੇ ਚੁੱਪ ਹੈ ਚੁੱਪ ਨਾ ਹੋ ਬਈ, ਜੇ ਲਾਏ ਰਹਾ ਲਵਤਾਰ। ਲਗਾਤਾਰ ਜੇ ਤੂੰ ਚੁੱਪ ਸਾਧ ਲਵੇਂ ਤਾਂ ਵੀ ਮਨ ਚੁੱਪ ਨਹੀਂ ਆਉਂਦਾ, ਬੋਲਦਾ ਹੀ ਰਹਿੰਦਾ, ਬੋਲਦਾ ਹੀ ਰਹਿੰਦਾ। ਤੀਸਰਾ ਤਰੀਕਾ ਵਾਮ ਮਾਰਗੀਆਂ ਨੇ ਅਪਣਾਇਆ। ਵਾਮ ਮਾਰਗੀਆਂ ਦਾ ਫੈਸਲਾ ਉਹਨਾਂ ਨੇ ਜਿਹੜੇ ਮੰਦਿਰ ਬਣਾਏ, ਦੁਰਾਚਾਰ ਦੇ ਮੰਦਿਰ ਬਣਾਏ। ਖਜੁਰਾਹਾ, ਜਗਨਨਾਥਪੁਰੀ, ਆਸਾਮ ਦੇ ਮੰਦਿਰ ਔਰ ਕੋਰਨਾਰ ਦੇ ਮੰਦਿਰ ਤੁਸੀਂ ਕਦੀ ਦੇਖੋਗੇ ਉਹ ਰਾਮ ਦੇ ਮੰਦਿਰ ਨਹੀਂ, ਕਾਮ ਦੇ ਮੰਦਿਰ ਨੇ। ਸਾਰੀ ਦੁਨੀਆ ਦੇਖਣ ਜਾਂਦੀ ਹੈ ਉਹਨਾਂ ਨੂੰ। ਉੱਥੇ ਦੁਰਾਚਾਰ ਦੀ ਸਰੇਆਮ ਪ੍ਰਦਰਸ਼ਨੀ ਹੈ ਮੂਰਤੀਆਂ ਦੇ ਰਾਹੀਂ। ਇਹ ਬਣਾਏ ਵਾਮ ਮਾਰਗੀਆਂ ਨੇ। ਪਤਾ ਕਿਉਂ? ਉਹਨਾਂ ਦਾ ਨਜ਼ਰੀਆ ਸੋਚਣੀ ਇਹ ਕਿ ਮਨ ਜੋ ਕੁਝ ਮੰਗਦਾ ਹੈ ਤੇ ਉਹ, ਜੋ ਖਾਣਾ ਮੰਗਦਾ ਹੈ, ਜੋ ਪੀਣਾ ਮੰਗਦਾ ਹੈ, ਜੋ ਭੋਗਣਾ ਮੰਗਦਾ ਹੈ, ਜੋ ਰਸ ਲੈਣਾ ਮੰਗਦਾ ਹੈ, ਜੋ ਕੁਝ ਵੀ ਮੰਗਦਾ ਖੁੱਲ ਕਰ ਦੇ। ਤੇ ਉਸ ਮੰਦਿਰ ਦੇ ਵਿੱਚ ਹਰ ਤਰ੍ਹਾਂ ਦੀ ਖੁੱਲ ਆਉਂਦੀ ਸੀ। ਜੋ ਖਾਓ, ਜੋ ਪੀਓ, ਜੋ ਕੁਝ ਕਰਨਾ ਹੈ, ਦੋ ਦੁਨੀਆ ਭਰ ਦੀ ਬਦਫੈਲੀਆਂ ਕਰਨੀਆਂ। ਤੇ ਸੋਚਣੀ ਕੀ ਸੀ ਕਿ ਇੱਕ ਦਿਨ ਮਨ ਇਹਨਾਂ ਬਦਫੈਲੀਆਂ ਤੋਂ ਰੱਜ ਜਾਏਗਾ, ਇਹਨਾਂ ਭੋਗਾਂ ਤੋਂ ਰੱਜ ਜਾਏਗਾ। ਤੇ ਰੱਜਾ ਹੋਇਆ ਮਨ ਹੀ ਰੱਬ ਦੀ ਇਬਾਦਤ ਕਰ ਸਕਦਾ ਹੈ, ਭੁੱਖਾ ਮਨ ਨਹੀਂ ਕਰ ਸਕਦਾ। ਰਜਾਓ ਪਹਿਲੇ ਜੋ ਕੁਝ ਇਹ ਮੰਗਦਾ। ਇਸ ਸੋਚਣੀ ਨੇ ਵਾਮ ਮਾਰਗ ਨੂੰ ਜਨਮ ਦਿੱਤਾ ਤੇ ਵਾਮ ਮਾਰਗੀਆਂ ਦੇ ਮੰਦਿਰ ਬਣੇ। ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਵਾਮ ਮਾਰਗੀਆਂ ਨੂੰ ਤੇ ਇਸ ਤਰ੍ਹਾਂ ਦੇ ਸੋਚਣ ਵਾਲੇ ਬੰਦਿਆਂ ਵਾਸਤੇ ਸਵਾਲ, ਜੈਸੇ ਕੁਝ ਕਮਿਊਨਿਸਟ ਵੀ ਕਹਿੰਦੇ ਨੇ ਵੀ ਸਰੀਰ ਦੀਆਂ ਲੋੜਾਂ ਦੀ ਪੂਰਤੀ ਹੋਣੀ ਚਾਹੀਦੀ, ਦੇਖ ਲਾਂਗੇ, ਫਿਰ ਮਨ ਦੇ ਬਾਰੇ ਦੇਖ ਲਵਾਂਗੇ। ਇਹ ਕਿਉਂ ਨਹੀਂ ਤ੍ਰਿਪਤ ਆਉਂਦਾ, ਫਿਰ ਦੇਖ ਲਵਾਂਗੇ। ਤੇ ਕਦੋਂ ਦੇਖੋਗੇ? ਜ਼ਿੰਦਗੀ ਰਹੇਗੀ ਉਤਨੇ ਚਿਰ ਤੱਕ। ਜ਼ਿੰਦਗੀ ਦਾ ਤੇ ਅੰਤ ਹੋ ਜਾਏਗਾ, ਖਾਤਮਾ ਹੋ ਜਾਏਗਾ। ਜੀਵਨ ਕੋਈ ਬਹੁਤ ਲੰਬਾ ਤੇ ਨਹੀਂ ਹੈ। ਤੋ ਵਾਮ ਮਾਰਗੀਆਂ ਦੀ ਇਹ ਸੋਚਣੀ ਸੀ ਕਿ ਜੋ ਕੁਛ ਮਨ ਮੰਗਦਾ ਹੈ ਦਿਓ, ਔਰ ਇਤਨਾ ਦਿਓ ਕਿ ਮਨ ਕਹਿ ਦੇਵੇ ਹੁਣ ਨਹੀਂ ਚਾਹੀਦਾ। ਤੇ ਸਾਹਿਬ ਕਹਿੰਦੇ ਨੇ ਤੁਹਾਨੂੰ ਮਨ ਦਾ ਪਤਾ ਹੀ ਨਹੀਂ, ਮਨ ਨੇ ਇਹ ਆਖਣਾ ਹੀ ਨਹੀਂ ਕਿ ਹੁਣ ਨਹੀਂ ਚਾਹੀਦਾ। ਮਨ ਰਸ ਬਦਲ ਤੇ ਸਕਦਾ ਹੈ, ਲੇਕਿਨ ਮਨ ਇਹ ਨਹੀਂ ਆਖੇਗਾ ਕਿ ਹੁਣ ਮੈਨੂੰ ਕੋਈ ਰਸ ਚਾਹੀਦਾ ਹੀ ਨਹੀਂ। ਭੁੱਖਿਆ ਭੁੱਖ ਨਾ ਉਤਰੀ, ਜੇ ਬੰਨਾ ਬੁਰੀਆਂ ਭਾਰ। ਇਸ ਇੱਕ ਧਰਤੀ ਦੇ ਪਦਾਰਥ ਨਹੀਂ, ਅਨੇਕਾਂ ਧਰਤੀਆਂ ਦੇ ਰਸ ਤੇ ਪਦਾਰਥ ਵੀ ਇਕੱਠੇ ਕਰ ਲੈ ਜਾਣ ਤੇ ਮਨ ਦੀ ਤ੍ਰਿਸ਼ਨਾ ਦੀ ਭੁੱਖ ਨਹੀਂ ਮਿਟਦੀ। ਸਾਹਿਬ ਕਹਿੰਦੇ ਨੇ ਮਨ ਤੇ ਭੁੱਖਾ ਰਹੇਗਾ, ਇਹਨੂੰ ਨਹੀਂ ਰਜਾਇਆ ਜਾ ਸਕਦਾ। ਇਹ ਜੋ ਤੁਸੀਂ ਸੋਚ ਲਿਆ ਇਹਨੂੰ ਰਜਾਓ, ਜੋ ਕੁਝ ਮੰਗਦਾ ਹੈ ਦਿਓ ਦਿਓ, ਫਿਰ ਦੇਖ ਲਿਆਂਗੇ, ਰੱਬ ਦੀ ਇਬਾਦਤ ਫਿਰ ਕਰਾਂਗੇ ਰੱਜੇ ਹੋਏ ਮਨ ਨਾਲ। ਤੇ ਸਾਹਿਬ ਕਹਿੰਦੇ ਨੇ ਮਨ ਰੱਜਦਾ ਹੀ ਨਹੀਂ, ਲਿਹਾਜ਼ਾ ਇਹ ਤੇ ਆਪਣੀ ਜ਼ਿੰਦਗੀ ਨੂੰ ਵਿਅਰਥ ਗਵਾਉਣਾ। ਤੇ ਇਸ ਤਰ੍ਹਾਂ ਦੀ ਸੋਚਣੀ ਵੀ ਕਈ ਤਰ੍ਹਾਂ ਦੀ, ਵੀ ਹੁਣ ਖਾ ਪੀ ਤੇ ਲਈਏ 4 ਦਿਨ, ਫਿਰ ਦੇਖ ਲਵਾਂਗੇ, ਫਿਰ ਦੇਖ ਲਵਾਂਗੇ। ਤੇ ਇਹਨਾਂ ਨੂੰ ਕੌਣ ਦੱਸੇ? ਫਿਰ ਖਾਣੇ ਪੀਣੇ ਜੋਗਾ ਹੀ ਰਹਿ ਜਾਓਗੇ, ਔਰ ਕੁਛ ਨਹੀਂ ਰਹਿ ਜਾਏਗਾ, ਫਿਰ ਕੁਛ ਵੀ ਨਹੀਂ ਰਹੇਗਾ, ਫਿਰ ਇਸੇ ਚ ਹੀ ਫਸ ਕੇ ਰਹਿ ਜਾਓਗੇ। ਮਨ ਨਹੀਂ ਰੱਜਦਾ, ਮਨ ਨਹੀਂ ਤ੍ਰਿਪਤ ਹੁੰਦਾ। ਭੁੱਖਿਆ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆਂ ਭਾਰ। ਇੱਕ ਤਬਕੇ ਨੇ ਹੋਰ ਜਨਮ ਲਿਆ ਹਿੰਦੁਸਤਾਨ ਵਿੱਚ। ਉਹਨਾਂ ਦਾ ਕਹਿਣਾ ਇਹ ਸੀ ਕਿ ਵਿਦਿਆ ਹਾਸਲ ਕਰੋ ਹਰ ਪੱਖ ਦੀ, ਕਲਾ ਹਾਸਲ ਕਰੋ ਹਰ ਪੱਖ ਦੀ। ਇਤਨੇ ਸਿਆਣੇ ਬਣ ਜਾਓ, ਇਤਨੇ ਚਾਤਰ ਬਣ ਜਾਓ, ਇਤਨੇ ਦਾਰਸ਼ਨਿਕ ਬਣ ਜਾਓ, ਇਤਨੇ ਉੱਗੇ ਗਿਆਨੀ ਬਣ ਜਾਓ ਕਿ ਆਪਣੇ ਗਿਆਨ ਦੇ ਆਸਰੇ ਤੇ ਮਨ ਦੇ ਸਾਰੇ ਫੁਰਨੇ ਤੇ ਵਿਕਾਰ ਮਿਟਾ ਦੋ, ਸਚਿਆਰ ਹੋ ਜਾਓ।
ਸਾਹਿਬ ਕਹਿੰਦੇ ਨੇ ਸਿਆਣਪ ਵੀ ਨਹੀਂ ਕੰਮ ਆਉਂਦੀ। ਸਹਿ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ, ਬਲਕਿ ਦੇਖਿਆ ਗਿਆ ਸਿਆਣੇ ਜ਼ਿਆਦਾ ਗਲਤੀਆਂ ਕਰਦੇ। ਕਹਿੰਦੇ ਨਾ ਮੂਰਖ ਦੀ 1000 ਗਲਤੀਆਂ ਸਿਆਣੇ ਦੀ ਇੱਕ ਗਲਤੀ ਵਰਗੀ ਹੁੰਦੀ ਹੈ, ਕਿਉਂਕਿ ਉਸਦੀ ਇੱਕ ਗਲਤੀ ਵੀ ਜਿਤਨੀ ਤਬਾਹੀ ਕਰੇਗੀ, ਮੂਰਖ ਦੀਆਂ 1000 ਗਲਤੀਆਂ ਵੀ ਉਤਨੀਆਂ ਤਬਾਹੀ ਨਹੀਂ ਕਰ ਸਕਦੀਆਂ। ਇੱਕ ਛੋਟਾ ਜਿਹਾ ਖਾਲ ਦਾ ਪਾਣੀ ਜੇ ਕਿਧਰੇ ਆਪਣਾ ਰੁਖ ਬਦਲ ਦੇਵੇ ਤਾਂ ਕੋਈ ਬਹੁਤਾ ਨੁਕਸਾਨ ਨਹੀਂ ਹੋਣਾ, ਪਰ ਜੇ ਇੱਕ ਵਗਦਾ ਹੋਇਆ ਦਰਿਆ ਆਪਣਾ ਰੁਖ ਬਦਲ ਦੇਵੇ ਉਹ ਤੇ ਬੜੀ ਤਬਾਹੀ ਕਰੇਗਾ, ਬੜੀ ਬਰਬਾਦੀ ਕਰੇਗਾ। ਕਿਸੇ ਵੱਡੇ ਮਨੁੱਖ ਦੀ ਇੱਕ ਗਲਤੀ ਵੀ ਬਹੁਤ ਵੱਡੀ ਤਬਾਹੀ ਕਰਦੀ ਹੈ, ਖਾਸ ਕਰਕੇ ਉਹ ਬੰਦਾ ਪ੍ਰਤਿਸ਼ਠਿਤ ਹੋਵੇ, ਮਨ ਨਹੀਂ ਹੋਵੇ, ਸਿਆਣਾ ਸਮਝਿਆ ਜਾਂਦਾ ਹੋਵੇ, ਗਿਆਨੀ ਸਮਝਿਆ ਜਾਂਦਾ ਹੋਵੇ, ਉਹਦੀ ਇੱਕ ਨਿੱਕੀ ਜਿਹੀ ਭੁੱਲ ਵੀ ਤਬਾਹੀ ਦਾ ਬਾਇਸ ਬਣੇਗੀ, ਬਰਬਾਦੀ ਦਾ ਬਾਇਸ ਬਣੇਗੀ। ਅਗਰ ਉਹ ਪੂਜਨੀਕ ਹੈ, ਪ੍ਰਤਿਸ਼ਠਿਤ ਹੈ, ਤੇ ਆਖੇ ਮੂਰਤੀ 'ਚ ਧਿਆਨ ਜੋੜੋ, ਤੇ ਹਜ਼ਾਰਾਂ ਨੇ ਮੰਨ ਲੈਣਾ, ਹਜ਼ਾਰਾਂ ਹੀ ਭੁੱਲੜ ਪੈ ਗਏ, ਹਜ਼ਾਰਾਂ ਹੀ ਭੁਲੇਖੇ 'ਚ ਪੈ ਗਏ। ਅਗਰ ਉਹ ਪ੍ਰਤਿਸ਼ਠਿਤ ਹੈ, ਮਾਨਨੀ ਹੈ, ਉਹਦੀ ਗੱਲ ਹੈ ਕੁਝ, ਤੇ ਉਹ ਆਖੇ ਕਿ ਮਰਿਆਦਾ ਨੂੰ ਕੀ ਲੈਣਾ ਹੈ, ਅਸੂਲ ਨੂੰ ਕੀ ਲੈਣਾ ਹੈ, ਅਕਾਲ ਤਖਤ ਨੂੰ ਕੀ ਲੈਣਾ ਹੈ, ਇਹ ਸਾਡੇ ਬਚਨ ਮੰਨੋ ਤੇ ਰੱਬ ਨਾਲ ਜੁੜ ਜਾਓਗੇ। ਇਹ ਨਿੱਕੀ ਜਿਹੀ ਗਲਤੀ ਵੀ ਹਜ਼ਾਰਾਂ ਗਲਤੀਆਂ ਵਰਗੀ, ਔਰ ਹੋ ਸਕਦਾ ਹੈ ਮੂਰਖ ਦੀਆਂ ਹਜ਼ਾਰਾਂ ਗਲਤੀਆਂ ਕਾਬਲੇ ਮਾਫ ਨੇ, ਸਿਆਣੇ ਦੀ ਇੱਕ ਗਲਤੀ ਜਿਹੜੀ ਹੈ ਨਾਕਾਬਲੇ ਮਾਫ ਨੇ। ਉਹ ਜਿਤਨੀ ਤਬਾਹੀ ਕਰੇਗੀ, ਜਿਤਨੀ ਬਰਬਾਦੀ ਕਰੇਗੀ। ਇੱਕ ਮਾਸੂਮ ਬੱਚੇ ਦੇ ਹੱਥ ਦੇ ਵਿੱਚ, ਛੋਟਾ ਜਿਹਾ ਬੱਚਾ 3-4 ਸਾਲ ਦਾ, ਤੇ ਉਹਦੇ ਹੱਥ ਦੇ ਵਿੱਚ ਤਲਵਾਰ ਹੈ, ਸ਼ਸਤਰ ਹੈ, ਤੇ ਜੇ ਗੁੱਸੇ 'ਚ ਵੀ ਆ ਗਿਆ ਤੇ ਕਿੰਨੀ ਤਬਾਹੀ ਕਰੇਗਾ, ਕੀ ਕਰੇਗਾ? ਇਹ 3-4 ਸਾਲ ਦਾ ਬੱਚਾ ਕੀ ਕਰੇਗਾ? ਪਰ ਖਿਮਾ ਕਰਨੀ ਜੇ ਵੱਡੇ ਦੇ ਹੱਥ 'ਚ ਆ ਗਈ ਹੈ, ਤਬਾਹੀ ਉਸਨੇ ਕਰਨੀ ਹੈ, ਬਰਬਾਦੀ ਉਸਨੇ ਕਰਨੀ ਹੈ। ਅਗਰ ਉਸਨੂੰ ਕ੍ਰੋਧ ਚੜ ਗਿਆ, ਅਗਰ ਉਸਨੇ ਗਲਤ ਸੋਚ ਲਿਆ, ਅਗਰ ਉਸਦੇ ਪੁਰਨੇ ਗਲਤ ਨੇ, ਤਾਂ ਵੱਡੇ ਦੀ ਗਲਤੀ ਹਜ਼ਾਰਾਂ ਵਰਗੇ ਗਲਤੀ ਇੱਕ ਹੈ ਸਿਆਣੇ ਮਨੁੱਖ ਦੀ। ਤਾਂ ਸਾਹਿਬ ਕਹਿੰਦੇ ਨੇ ਤੂੰ ਹਜ਼ਾਰਾਂ ਤਰ੍ਹਾਂ ਦੀ ਸਿਆਣਪ ਇਕੱਠੀ ਕਰ ਲੈ, ਮਨ ਤੇ ਨਹੀਂ ਪਵਿੱਤਰ ਹੁੰਦਾ, ਮਨ ਤੇ ਨਹੀਂ ਸਚਿਆਰ ਹੁੰਦਾ। ਇਸ ਵਾਸਤੇ ਮੂਰਖ ਤੇ ਮੈਲੇ ਹੁੰਦੇ ਨੇ, ਬੜੇ ਬੜੇ ਗਿਆਨੀ ਪੰਡਤ ਆਲਮ ਫਾਜ਼ਲ ਵੀ ਹੰਕਾਰ ਦੀ ਪੰਡ ਚੁੱਕੀ ਫਿਰਦੇ ਨੇ, ਪਰ ਕੁਛ ਵੀ ਨਹੀਂ। ਸਹਿ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਤੇ ਅੱਜ ਤੱਕ ਇਹੀ ਤੌਰ ਤਰੀਕੇ ਅਪਣਾਏ ਗਏ ਸਨ, ਕਿਉਂਕਿ ਬ੍ਰਾਹਮਣਾਂ ਦਾ ਖਿਆਲ ਸੀ ਵੇਦਾਂ ਦਾ ਪਾਠ ਕਰੋ, ਵੇਦਾਂ ਦੇ ਪੰਡਤ ਬਣੋ, ਆਲਮ ਫਾਜ਼ਲ ਬਣੋ। ਗੁਰਮਤ ਨਹੀਂ ਸਹਿਮਤ ਹੋਈ, ਪਾਠ ਪੜਿਓ ਅਰ ਵੇਦ ਵਿਚਾਰਿਓ, ਨਿਵਲ ਭਯੰਗਮ ਸਾਧੇ, ਪੰਚ ਜਨਾ ਸਿਉ ਸੰਗ ਨ ਛੁਟਕਿਓ, ਅਧਕ ਅਹਮ ਬੁਧ ਬਾਦੇ, ਪਿਆਰੇ ਇਨ ਵਿਦ ਮਿਲਣ ਨਾ ਜਾਏ। ਇਹ ਵਿਧੀ ਜਿਹੜੀ ਤੂੰ ਅਪਣਾਈ ਹੈ, 4 ਵੇਦਾਂ ਦਾ ਵਿਚਾਰਕ ਬਣ ਗਿਆ, ਦਾਰਸ਼ਨਿਕ ਬਣ ਗਿਆ, ਗਿਆਨੀ ਬਣ ਗਿਆ, ਪੰਡਿਤ ਬਣ ਗਿਆ, ਤੇ ਬੜਾ ਤਗੜਾ ਤੂੰ ਪਾਠੀ ਬਣ ਗਿਆ, ਇਹਦੇ ਨਾਲ ਕੀ ਹੋਣਾ ਹੈ? ਕੁਝ ਵੀ ਨਹੀਂ। ਤੋ ਮਹਾਰਾਜ ਫਿਰ ਕਿਵੇਂ ਸਚਿਆਰ ਬਣੀਏ? ਇਸ ਸਵਾਲ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਆਪ ਖੜਾ ਕਰਦੇ ਨੇ। ਕਿਉ ਸਚਿਆਰਾ ਹੋਈਏ, ਕਿਉ ਕੂੜੇ ਟੁੱਟੇ ਪਾਲ। ਕਿਉਂਕਿ ਸੱਚ ਦੇ ਵਿੱਚ ਸਚਿਆਰ ਲੀਨ ਹੋ ਸਕਦਾ, ਕੁੜਿਆਰ ਤੇ ਲੀਨ ਨਹੀਂ ਹੋ ਸਕਦਾ। ਤੋ ਸਚਿਆਰ ਕਿਵੇਂ ਬਣੇ? ਇਸ ਸਵਾਲ ਦਾ ਜਵਾਬ ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ। ਹੁਕਮ ਦੀ ਰਜ਼ਾ ਦੇ ਚ ਚੱਲਣਾ, ਹੁਕਮ ਨੂੰ ਮੰਨ ਕੇ ਚੱਲਣਾ, ਹੁਕਮ ਦੀ ਪ੍ਰਸੰਨਤਾ ਦੇ ਚੱਲਣਾ, ਹੁਕਮ ਨੂੰ ਖਿੜੇ ਮੱਥੇ ਕਬੂਲ ਕਰ ਲੈਣਾ। ਕਿਹੜੇ ਹੁਕਮ ਨੂੰ? ਸਾਹਿਬ ਕਹਿੰਦੇ ਨਾਨਕ ਲਿਖਿਆ ਨਾਲ। ਜਿਹੜਾ ਹੁਕਮ ਤੇਰੇ ਨਾਲ ਲਿਖਿਆ ਹੋਇਆ, ਕਿੱਥੇ ਲਿਖਿਆ ਹੋਇਆ, ਉਹ ਕੀ ਲਿਖਿਆ ਹੋਇਆ, ਉਹਨੂੰ ਖੋਲਿਆ ਗੁਰੂ ਨਾਨਕ ਨੇ ਦੂਜੀ ਪੌੜੀ ਦੇ ਚ। ਇਹ ਦੂਜੀ ਪੌੜੀ ਦੇ ਵਿਚਾਰ ਆਪਾਂ ਕੱਲ ਕਰਾਂਗੇ। ਕਿਹੜਾ ਹੁਕਮ ਸਾਡੇ ਨਾਲ ਲਿਖਿਆ ਹੋਇਆ, ਜਿਹਨੂੰ ਅਸੀਂ ਪੜ੍ਹਨਾ, ਜਿਹਨੂੰ ਅਸੀਂ ਸਮਝਣਾ, ਤੇ ਜਿਸ ਹੁਕਮ ਨੂੰ ਅਸੀਂ ਮੰਨਣਾ ਹੈ, ਤੇ ਜਿਸ ਦੇ ਮੰਨਦੇ ਅਸੀਂ ਸਚਿਆਰ ਹੋ ਜਾਵਾਂਗੇ ਤੇ ਸੱਚ ਦੇ ਚਲੀਨ ਹੋ ਜਾਵਾਂਗੇ। ਕਿਉ ਸਚਿਆਰਾ ਹੋਈਏ, ਕਿਉ ਕੂੜੇ ਟੁੱਟੇ ਪਾਲ। ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ। ਬੜੇ ਸੌਖੇ ਤਰੀਕੇ ਨਾਲ ਅਸੀਂ ਕਹਿ ਦਿੰਦੇ ਹਾਂ ਬੇ ਰਜ਼ਾ ਦੇ ਚ ਰਹੋ, ਪਰ ਸਵਾਲ ਹੈ ਉਹਦੀ ਰਜ਼ਾ ਕੀ ਹੈ, ਉਹਦਾ ਹੁਕਮ ਹੈ ਕੀ, ਉਹ ਕੀ ਹੁਕਮ ਕਰ ਰਿਹਾ, ਕਿੱਥੋਂ ਪੜੀਏ, ਕਿਵੇਂ ਪੜੀਏ? ਤੇ ਸਾਹਿਬ ਕਹਿੰਦੇ ਲਿਖਿਆ ਨਾਲ। ਉਹ ਹੁਕਮ ਤੇਰੇ ਨਾਲ ਲਿਖਿਆ, ਜਿਹਨੂੰ ਤੂੰ ਪੜ੍ਹਨਾ ਹੈ, ਤੇ ਜਿਸ ਢੰਗ ਨਾਲ ਪੜ੍ਹਨਾ ਹੈ, ਤੇ ਜੋ ਕੁਝ ਲਿਖਿਆ ਹੋਇਆ ਹੈ ਤੁਛ ਬੁੱਧੀ ਅਨੁਸਾਰ। ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਦੂਜੀ ਪੌੜੀ ਨੂੰ ਲੈ ਕੇ ਇਹ ਵਿਚਾਰਾਂ ਤੁਹਾਡੇ ਸਾਹਮਣੇ ਰੱਖਾਂਗੇ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਮੇਰਾ ਕਰਨ। ਮਨ ਇੱਕ ਐਸੀ ਸੌਗਾਤ ਪਰਿਪੂਰਨ ਪ੍ਰਮਾਤਮਾ ਨੇ ਸਾਨੂੰ ਦਿੱਤੀ ਹੈ, ਇਹਦੇ ਚੋਂ ਪ੍ਰਭੂ ਪ੍ਰਗਟ ਹੋ ਸਕਦਾ ਹੈ, ਪਰ ਕਿਉਂ ਨਹੀਂ ਪ੍ਰਗਟ ਹੋ ਰਿਹਾ? ਤਾਂ ਮਨ ਦੀਆਂ ਕੁਝ ਸਮੱਸਿਆਵਾਂ ਨੇ ਜਿਸ ਕਰਕੇ ਨਹੀਂ ਪ੍ਰਗਟ ਹੋ ਰਿਹਾ। ਤਨ ਦੀ ਸਮੱਸਿਆ ਕਰਕੇ ਨਹੀਂ ਹੈ। ਇੱਕ ਰੋਗੀ ਬੰਦਾ ਵੀ ਆਪਣੇ ਮਨ ਦੇ ਚੋਂ
परमात्मा ਨੂੰ ਪ੍ਰਗਟ ਕਰ ਸਕਦਾ ਹੈ। ਇੱਕ ਨੇਤਰਹੀਣ ਮਨੁੱਖ ਵੀ ਆਪਣੇ ਮਨ ਦੇ ਚੋਂ ਈਸ਼ਵਰ ਨੂੰ ਪ੍ਰਗਟ ਕਰ ਸਕਦਾ ਹੈ, ਕਿਉਂਕਿ ਦੇਖਿਆ ਗਿਆ ਕਿ ਨੇਤਰਹੀਣ ਮਨੁੱਖ ਵੀ ਬੜੇ ਚੋਟੀ ਦੇ ਭਗਤ ਬਣੇ ਨੇ, ਜੈਸੇ ਕਿ ਭਗਤ ਸੂਰਦਾਸ, ਉਹਨਾਂ ਦਾ ਵਾਕ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਮੌਜੂਦ ਹੈ। ਅਨਪੜ੍ਹ ਬੰਦਾ ਵੀ ਆਪਣੇ ਮਨ ਦੇ ਚੋਂ ਪਰਮਾਤਮਾ ਨੂੰ ਪ੍ਰਗਟ ਕਰ ਸਕਦਾ ਹੈ। ਜੋ ਪ੍ਰਾਣੀ ਗੋਬਿੰਦ ਧਿਆਵੇ, ਪੜ੍ਹਿਆ ਅਨਪੜ੍ਹਿਆ ਪਰਮਗਤ ਪਾਵੇ। ਅਗਰ ਕੋਈ ਨਾਮ ਨੂੰ ਪ੍ਰਾਪਤ ਨਹੀਂ ਕਰ ਸਕਿਆ ਤਾਂ ਬਾਹਰੋਂ ਕੋਈ ਸਮੱਸਿਆ ਨਹੀਂ ਹੈ, ਸਮੱਸਿਆ ਅੰਦਰੂਨੀ ਹੈ, ਉਹ ਮਾਨਸਿਕ ਹੈ। ਆਇਆ ਐਸੇ ਕਿਹੜੇ ਕਾਰਨ ਨੇ ਕਿ ਮਨ ਦੇ ਚੋਂ ਨੌ-ਨਿਧ ਨਾਮ ਪ੍ਰਗਟ ਨਹੀਂ ਹੋ ਸਕਿਆ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ 4 ਕਾਰਨਾਂ ਦਾ ਜ਼ਿਕਰ ਕੀਤਾ ਹੈ। ਪ੍ਰਥਮ, ਮਨ ਮੈਲਾ ਹੈ। ਦੂਸਰਾ, ਮਨ ਚੁੱਪ ਨਹੀਂ ਕਰਦਾ, ਹਰ ਵਕਤ ਬੋਲਦਾ ਹੈ। ਜ਼ਬਾਨ ਚੁੱਪ ਹੈ, ਇਹ ਨਾ ਸਮਝਣਾ ਮਨ ਚੁੱਪ ਕਰੀ ਬੈਠਾ, ਮਨ ਤੇ ਅੰਦਰ ਬੋਲ ਰਹੇ, ਸ਼ਬਦਾਂ ਬੋਲ ਰਹੇ। ਰਾਤ ਨੂੰ ਜਦ ਸੌਂ ਜਾਂਦੇ ਆ ਤਾਂ ਵੀ ਮਨ ਬੋਲਦਾ ਹੈ, ਮਨ ਚੁੱਪ ਨਹੀਂ ਕਰਦਾ। ਤੀਸਰੀ ਸਮੱਸਿਆ ਹੈ, ਮਨ ਤ੍ਰਿਪਤ ਨਹੀਂ ਆਉਂਦਾ। ਤਨ ਤ੍ਰਿਪਤ ਹੋ ਸਕਦਾ ਹੈ ਛੇਤੀ, ਮਨ ਤ੍ਰਿਪਤ ਨਹੀਂ ਆਉਂਦਾ। ਤੇ ਚੌਥਾ, ਮਨ ਦੀ ਮੂਰਖਤਾ ਨਹੀਂ ਜਾਂਦੀ। ਮੂਰਖਤਾ, ਮੂਰਛਾ, ਬੇਹੋਸ਼ੀ। ਇੱਕ ਗਲਤੀ ਨੂੰ ਬਾਰ-ਬਾਰ ਕਰਨਾ, ਇਹ ਮੂਰਖਤਾ ਹੈ। ਮਨ ਇੱਕ ਤਰ੍ਹਾਂ ਦੀ ਭੁੱਲ ਨੂੰ ਬਾਰ-ਬਾਰ ਦੁਹਰਾਉਂਦਾ ਹੈ ਔਰ ਜੀਵਨ ਭਰ ਦੁਹਰਾਉਂਦਾ ਹੈ। ਇਹ 4 ਬੜੀਆਂ ਮੋਟੀਆਂ ਸਮੱਸਿਆਵਾਂ ਨੇ ਮਾਨਸਿਕ। ਸਾਹਿਬ ਕਹਿੰਦੇ ਨੇ ਇਸੇ ਹੀ ਮਨ ਦੇ ਚੋਂ ਪ੍ਰਮਾਤਮਾ ਨੇ ਪ੍ਰਗਟ ਹੋਣਾ ਹੈ। ਕਿਉਂ ਨਹੀਂ ਹੋ ਰਿਹਾ? ਪ੍ਰਥਮ ਮੈਲਾ ਹੈ, ਦੂਸਰਾ ਚੁੱਪ ਨਹੀਂ ਕਰਦਾ, ਤੀਸਰਾ ਤ੍ਰਿਪਤ ਨਹੀਂ ਹੁੰਦਾ, ਚੌਥਾ ਇੱਕੋ ਹੀ ਭੁੱਲ ਇਹ ਬਾਰ-ਬਾਰ ਕਰਦਾ ਹੈ, ਮੂਰਖਤਾ ਇਸ ਦੀ ਨਹੀਂ ਜਾਂਦੀ। ਹਿੰਦੁਸਤਾਨ ਦੇ तमाम ਪ੍ਰਾਚੀਨ ਸੰਤਾਂ ਨੇ ਵੀ ਮਨ ਦੀਆਂ ਮੂਲ ਸਮੱਸਿਆਵਾਂ ਇਹ 4 ਹੀ ਮੰਨੀਆਂ ਨੇ। ਇਸ ਕਰਕੇ ਮਨ ਦੇ ਚੋਂ ਉਹ ਨੌ-ਨਿਧ ਨਾਮ ਪ੍ਰਗਟ ਨਹੀਂ ਹੁੰਦਾ ਤੇ ਮਨ ਮੂੜ ਹੋ ਜਾਂਦਾ ਹੈ। ਭਾਵ ਇਹ ਹਰ ਵਕਤ ਸੰਸਾਰ ਦਾ ਚਿੰਤਨ ਕਰ ਕਰਕੇ ਮੋਟੀ ਅਕਲ ਵਾਲਾ ਹੋ ਜਾਂਦਾ ਹੈ। ਭਗਤ ਕਬੀਰ ਜੀ ਦਾ ਇੱਕ ਬੜਾ ਸੁੰਦਰ ਸ਼ਲੋਕ ਹੈ, ਕਬੀਰ ਮੁਕਤ ਦੁਆਰਾ ਸੰਕੁਰਾ, ਰਾਈ ਦਸੈਂ ਭਾਏ, ਮਨ ਤੋਂ ਮੈਗਲ ਹੋਏ ਰਿਹਾ, ਨਿਕਸਿਆ ਕਿਉਂ ਕਰ ਜਾਏ। ਆਪ ਕਹਿੰਦੇ ਨੇ ਜਿਹੜਾ ਧਰਮ ਦਾ ਦੁਆਰ ਹੈ, ਪ੍ਰਭੂ ਦਾ ਦੁਆਰ ਹੈ, ਮੁਕਤੀ ਦਾ ਦਰਵਾਜ਼ਾ ਹੈ, ਉਹ ਰਾਈ ਦੇ ਦਾਣੇ ਦਾ 10ਵਾਂ ਹਿੱਸਾ ਹੈ। ਹੁਣ ਖੁਦ ਤੁਸੀਂ ਅੰਦਾਜ਼ਾ ਲਗਾਓ ਕਿੰਨਾ ਕੁ ਬਣੇਗਾ। ਸ਼ਾਇਦ ਖੁਰਦਬੀਨ ਤੋਂ ਬਿਨਾਂ ਦੇਖਿਆ ਵੀ ਨਾ ਜਾ ਸਕੇ, ਇੰਨਾ ਬਾਰੀਕ। ਮੁਕਤ ਦੁਆਰਾ ਸੰਕੁਰਾ, ਰਾਈ 10ਵੇਂ ਪਾਏ। ਰਾਈ ਦਾ ਦਾਣਾ ਇੱਕ ਬਹੁਤ ਛੋਟਾ ਦਾਣਾ ਹੁੰਦਾ ਹੈ ਤੇ ਹੁਣ ਉਸ ਦਾ 10ਵਾਂ ਹਿੱਸਾ ਕਰੀਏ। ਧਰਮ ਦਾ ਦੁਆਰ, ਪਰਮਾਤਮਾ ਦਾ ਦੁਆਰ, ਮੁਕਤੀ ਦਾ ਦੁਆਰ ਇਤਨਾ ਸੂਖਸ਼ਮ ਹੈ, ਛੋਟਾ ਹੈ। ਕਬੀਰ ਮੁਕਤ ਦੁਆਰਾ ਸੰਕੁਰਾ, ਰਾਈ ਦਸੈਂ ਭਾਏ, ਮਨ ਤੋਂ ਮੈਗਲ ਹੋਏ ਰਿਹਾ, ਨਿਕਸਿਆ ਕਿਉਂ ਕਰ ਜਾਏ। ਮਨ ਹਾਥੀ ਹੋ ਗਿਆ। ਮੈਗਲ ਕਹਿੰਦੇ ਨੇ ਹਾਥੀ ਨੂੰ। ਤੇ ਹੁਣ ਜਦ ਮਨ ਹਾਥੀ ਹੈ ਤੇ ਉਸ ਦਰਵਾਜ਼ੇ ਚੋਂ ਕਿਸ ਤਰ੍ਹਾਂ ਲੰਘੇ, ਉਸ ਦੁਆਰ ਚੋਂ ਕਿਸ ਤਰ੍ਹਾਂ ਲੰਘੇ। ਦਰਅਸਲ ਕਬੀਰ ਨੇ ਆਪਣੇ ਢੰਗ ਨਾਲ ਸਮਝਾਇਆ ਹੈ। ਕਬੀਰ ਜਿਸ ਇਲਾਕੇ ਵਿੱਚ ਰਹਿੰਦੇ ਸਨ, ਬਨਾਰਸ ਦੇ ਵਿੱਚ, ਉਸ ਪਾਸੇ ਹਾਥੀ ਆਮ ਸਨ ਤੇ ਬਨਾਰਸ ਤੀਰਥ ਹੋਣ ਕਰਕੇ ਬੜੇ ਬੜੇ ਸਾਧੂ ਤੇ ਸਮਰਾਟ ਰਜਵਾੜੇ ਹਾਥੀਆਂ ਦੇ ਉੱਤੇ ਬੈਠ ਕੇ ਤੀਰਥ ਯਾਤਰਾ ਤੇ ਆਉਂਦੇ ਸਨ ਔਰ ਇਸ਼ਨਾਨ ਕਰਕੇ ਵਾਪਸ ਜਾਂਦੇ ਸਨ। ਹਾਥੀ ਆਮ ਸੀ ਬਨਾਰਸ ਵਿੱਚ, ਬੜਾ ਮੋਟਾ ਜਾਨਵਰ, ਬੜਾ ਭਾਰੀ ਜਾਨਵਰ। तो आपने बंदे दी अकल, बंदे दी मत दी तस्वीर दिती है हाथी नाल। जिस तरह हाथी मोटा है, इस तरह बंदे दा मन मोटा है, सोचनी मोटी है, अकल मोटी है। मन तो मैगल होए रहा, निकसिया क्यों कर जाए। एकाग्रता बख्शने। इधर पंजाब, हरियाणा, राजस्थान इस पासे हाथी इतना नहीं, कारण इत्थे कोई जंगल बहुत गहरे नहीं सन और जंगलों दे कोई हाथी नहीं। इत्थे मोटा जानवर सी मझ।
तो किसी दी अकल बड़ी मोटी होवे तो कह देंदे ने बे दी अकल थोड़ी है ते मज है। अज भी पंजाब विच कहंदे ने ए ते मज है, अकल नहीं है इसकी। राजस्थान विच मैं कईयां कोल सुनिया बे इसकी अकल थोड़ी है, ये तो भैंस है, भैंस हिंदी चिंज कहंदे ने, इसकी अकल थोड़ी है, ये तो भैंस है। भाव एदी अकल इतनी मोटी है, ये मोटी गल समझ सकदा है, बारीक नहीं। दुनिया दे जितने मजमून ने, धर्म सब तो एक बारीक मजमून है। दुनिया दे जितनी विचारा ने, परमात्मा दी विचार सब तो सूक्ष्म है, अति सूक्ष्म है। जे ज्ञान दियां धारावां तीन मन लईए, पदार्थ दा ज्ञान, कला दा ज्ञान ते परमात्मा दा ज्ञान, ये सब तो बिखम है। पदार्थ दा ज्ञान जिहदे कोल होवे, संसार दा, प्रकृति दा, असी उसनूं साइंटिस्ट कह दिंदे आ, विज्ञानक है। ते जिस दे कोल कला दा ज्ञान होवे, संगीत दा, कविता दा, चित्रकला या संग तराशी कुछ भी होवे, उन्होंने असी आर्टिस्ट आखते हैं। जरा गहरा जिमदा है, थोड़ी जिहा बारीक अकल चाहिदी है। वैसे तो साइंटिस्ट नूं भी बारीक दिमाग चाहिदा है। धर्म दा जो विषय है, धर्म दा जो मजमून है, ये आर्ट ते इस पदार्थ दे नालों ज्यादा गहरा है, साइंस नालों ज्यादा गहरा है। विज्ञान ते कला नालों धर्म दा ज्ञान ज्यादा गहरा है, ज्यादा बारीक है। जितनों एक साइंटिस्ट नूं अकल चाहिदी है संसार नूं समझण लई, पदार्थ नूं समझण लई, उस तो कुछ ज्यादा एकाग्रता चाहिदी है आर्ट कला नूं समझण लई, और उस तो लखां गुणा ज्यादा एकाग्रता चाहिदी है धर्म नूं समझण लई, परमात्मा नूं समझण लई। परमात्मा कोई बच्चियां दी खेल ना समझ लेनी, जैसे आम जगत दे चलदा। कबीर कहंदे मैं देखदा, माथे तिलक हथ माला बाना, लोगन राम खिलौना जाना। लोगां ने रब नूं खिडौना समझिया, खेडना है, वक्त पास करना है। खेड दे च की हुंदा, समा पास करना, समा सफल नहीं, समा पास करना है। तो कबीर कहंदे मैं धर्म दी दुनिया दे कोई बारीकी नहीं देखदा। इस वास्ते आपने पावन श्लोक उच्चारण कीता है, मुकुत द्वारा संकुरा। मोक्ष द्वार, धर्म द्वार, परमात्मा दा द्वार संकीर्ण है, छोटा है, सूक्ष्म है। मुक्त द्वारा संकुरा, राई दसें भाए, पर मन तो मैगल होए रहा। निकस्यो क्यों कर जाए, मन ते हाथी होया पे। ये हाथी उस दरवाजे चो निकलेगा तो किस तरह निकलेगा, मुश्किल है। ये परमात्मा तक पहुंचे इस दरवाजे तो लंघ के, तो औखी गल है। कबीर दे कहण दा मुद्दा इतना ही है कि बंदियां दी जिहड़ी सोचनी है, चितवनी है, अकल है, ये मोटी है, ये संसार नूं समझ सकदी है, निरंकार नूं नहीं। पदार्थ नूं समझ सकदी है, परमात्मा नूं नहीं। हर वक्त संसार दा चिंतन करिए तो संसार अस्थूल है, मोटा है, पदार्थ अस्थूल ने, अकल मोटी हो जाती है। फिर ये मोटियां गल्लां समझ सकदी है, बारीक नहीं। ते निरंकार दा घड़ी दो घड़ी चिंतन करिए और रोज करिए तो अकल बारीक होंदी है, मत सूक्ष्म होंदी है, बारीक मत होंदी है। सूक्ष्म मत ही उस दरवाजे चो लंघ सकदी है, भाव परमात्मा नूं समझ सकदी है, दूसरी मत नहीं। हार पर्यो स्वामी के द्वारे दीजे बुद्ध विवेका। हे परिपूर्ण परमात्मा तू विवेकशील बुद्ध दे ताकि तैनू समझ सके। सा मत देओ दयाल प्रभ जित तुम्हें आराधा। ऐसी मत दे कि तेरी आराधना कर सका, तेरा नाम जप सका, तेरी विचार कर सका। तो उस लिए बड़ी बारीक मत चाहिए। तो मैं इतनी अर्ज कर दिया, दुनिया दे कोई मजमून इतना बारीक नहीं जितना कि धर्म है। संसार नू समझण वास्ते जेड़ी अकल चाहिदी है, उस तो भी हजारां गुणा बारीक अकल चाहिदी है परमात्मा नू समझण लई, ईश्वर नू समझण लई। इस वास्ते गुरु ग्रंथ साहब नू असी मत्था टेकदे हां, हजारां शब्द ने, समझ तो परे ने। महाराज आप भी कहंदे ने, ए बाणी बिरलो विचार सी जे को गुरमुख होए। कोई विरले ही ने जो बाणी दी विचार करन, बाणी नू सोचन। तो इतनी मैं अर्ज कर दिया, विचार दे बदलदियां ही साडी दुनिया बदलदी है, उंज नहीं। मन दे बदलदियां ही सब कुछ बदलदा है। हिंदू होना एक मन है, सिख होना
ਇੱਕ ਮਨ ਹੈ। ਅੱਜ ਇੱਕ ਹਿੰਦੂ ਮੁਸਲਮਾਨ ਬਣ ਜਾਂਦਾ ਹੈ ਤਾਂ ਕੀ ਬਦਲ ਗਿਆ? ਕੋਈ ਹੱਥ ਪੈਰ ਬਦਲ ਗਏ, ਮੂੰਹ ਮੱਥਾ ਬਦਲ ਗਿਆ? ਕੁਝ ਵੀ ਨਹੀਂ ਬਦਲਿਆ। ਮਨ ਬਦਲ ਗਿਆ, ਸੋਚਣੀ ਬਦਲ ਗਈ, ਵਿਚਾਰ ਬਦਲ ਗਏ तो ये मुसलमान हो गया। आज एक मुसलमान क्रिश्चियन हो जाता है, ईसाई हो जाता है तो की बदल गया? खून बदल गया। क्या हड्डियां बदल गईयां? क्या उसके अंदर दा मांस बदल गया? कुछ भी नहीं बदलिया, विचार बदल गए ने। सिख होना एक विचार है। सिखी सिखया गुरु विचार। जो गुरु दी विचार दे मुताबिक जी रहा है सिख, जो नहीं जी रहा नहीं सिख है। क्योंकि सिख दा ते जन्म ही विचार तो है। मैं अर्ज करा, बंदा उदों ही बदलदा है जद उसदे विचार बदलदे ने। जद दुनिया कहदी है ये मनमुख होंदा सी, गुरमुख हो गया है, ते जद मनमुख सी ते कोई सिर ते सिंग लगे हुए सन, आज गुरमुख हो गया तो कोई मोर दे पंख लग गए ने। नहीं, विचार बदल गए ने, सोचनी बदल गई है। तस्वीर उम्मीदों की, आईना मलालों का, इंसान जिसे कहते हैं मुहश्शर है ख्यालों का। बंदा की है ख्यालों का इकट्ठ। ख्याल बदल गए, बंदा बदल गया। विचार बदल गए, बंदा बदल गया। मन बदल गया, सब कुछ बदल जाता है। मन दे बदलदियां सब कुछ बदल जाता है। विचार दे बदलदियां सब कुछ बदल जाता है। विचार चलते ने मस्तक दे च। इस वास्ते धार्मिक दुनिया दे च मत्था झुकाण दी, मत्था टेकण दी रस्म प्रचलित होई सारी दुनिया च। इस्लाम भी सजदा करदा, उत्ते बार बार नमाज दे च मत्था टेकदे ने। हिंदू जगत, सिख जगत, जैन, बौद्ध सब नमस्कार करदे ने। मत्था टेकण दा इतना ही मतलब है कि ऐ गुरु हुण तू अपनी विचार सानू दे ताकि निरंकार नू समझ सके। असी अपनी विचारां नाल ते नहीं समझ सके, तू अपनी विचार दे। ते गुरु कहंदा भी है तू मेरी मत ले जा, मेरी सोचनी ले जा, मेरे विचार ले जा। बड़ी कीमती पंक्ति है। गुर की मत तू ले ई आने, भगत बिना बहु डूबे सियाने। मनुख अपनी मत नाल भगती नहीं कर सकता, गुरु दी मत नाल ही कर सकेगा। ते गुरु कहंदा तू मेरी मत ले जा, मेरी सोचनी ले जा, मेरे विचारां नू ले जा। गुर की मत तू ले ई आने, भगत बिना बहु डूबे सियाने। कहते ने मनुख धन गुरु दे अगों रख देंदा है, संपदा रख देंदा है, प्रसाद रखदा है, फुल फल रखदा है, बस्तर रखदा है, अपना मन भेंट करन तो संकोच करदा है हमेशा। सब तो वड्डी भेटा पता की है? अपना मन रखना। सब तो वड्डी भेटा की? अपने विचार भेंट कर देने। गुरु कहंदा है ये भेंट कर, मेरी मत ले जा पर अपनी मत भेंट कर। त्यागे मन की मतड़ी, विसारे दूजा पाओ जियो। बंदा सब कुछ भेंट कर छड़दा है और करदा है, अपनी मत भेंट नहीं करदा। कारण मनोचिंतक भी कहते हैं कि मनुख नूं अपने तन नाल भी अपनी सोचनी दी ज्यादा पकड़ है, ज्यादा ममता है। अपने विचारां दे नाल ज्यादा ममता है। बंदे दे तन नूं किसे तो सट लग जाए शायद बर्दाश्त भी करे, पर ओदे विचारां ते कोई जरब पुचावे, चोट करे, खंडन करे, तड़प उठदा है। कहंदा इसने मेरे विचारां दा खंडन कीता है, इन्हें मेरी गल कट दित्ती है। मनुख नूं अपने तन नालों भी अपनी सोचनी नाल ज्यादा ममता है। मनुख नूं अपने शरीर नालों भी अपने विचारां नाल ज्यादा ममता है। सब कुछ भेंट कर सकदा है, सोना कर देंदा है, चांदी कर देंदा है, धन भेंट करदा है, अन्न भेंट करदा है, बस्तर भेंट करदा है। जद गुरु कहे हुण मन भेंट कर, मुश्किल हो जाती है। मत भेंट कर। कारण अपनी मत दे मुताबिक मनुख शरीर जो है शराब पी सकदा है, कोई रोक नहीं है। ना समाज दी रोक है, ना कानून दी रोक है, भावें सारा दिन पीवे, कोई रोक नहीं है। अपनी मत दे मुताबिक पी सकदा है। पर जे गुरु दी मत ले जाए फिर नहीं पी सकदा। ओछा मद मूल न पीजे, जे का पार वसाए। जित पीते मत दूर होए, बरल पवे विच आए। गुरु ग्रंथ साहब जी महाराज दे वाक। ਉਹ ਸੂਖਸ਼ਮ ਤੰਤੂ ਟੁੱਟ ਜਾਂਦੇ ਨੇ ਮਤ ਦੇ ਚੋਂ, ਜੋ ਪ੍ਰਮਾਤਮਾ ਨੂੰ ਅਨੁਭਵ ਕਰਦੇ ਨੇ ਸ਼ਰਾਬ ਦੇ ਨਾਲ, ਕਿਸੇ ਵੀ ਨਸ਼ੇ ਨਾਲ। ਤੋ ਸਾਹਿਬ ਕਹਿੰਦੇ ਨੇ ਇਹ ਹੋਛਾ ਮਦ, ਇਹ ਹੋਛਾ ਨਸ਼ਾ ਨਾ ਕਰ।
ਤੇ ਹੁਣ ਕੋਈ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਵੀ ਟੇਕੇ ਤੇ ਸ਼ਰਾਬ ਵੀ ਪੀਵੇ, ਉਹਦਾ ਮੱਥਾ ਟੇਕਣਾ ਪਖੰਡ ਨਹੀਂ ਤੇ ਹੋਰ ਕੀ, ਧੋਖਾ ਨਹੀਂ ਤੇ ਹੋਰ ਕੀ, ਉਹ ਤੇ ਬਿਲਕੁਲ ਪਖੰਡ ਹੈ। ਜਿਨ੍ਹਾਂ ਪੰਕਤੀਆਂ ਨੂੰ ਮੱਥਾ ਪਿਆ ਟੇਕਦਾ ਹੈ ਪਰ ਮੰਨਦਾ ਵੀ ਨਹੀਂ ਪਿਆ, ਇਹ ਤੇ ਦਿਖਾਵਾ ਐਵੇਂ ਕਰਦਾ ਪਿਆ। ਮੱਥਾ ਟੇਕਣਾ ਸਿਰਫ ਪਖੰਡ ਹੋ ਗਿਆ, ਔਰ ਕੀ ਹੋ ਗਿਆ। ਆਪਣੀ ਮਤ ਦੇ ਮੁਤਾਬਕ ਬੰਦਾ ਸ਼ਰਾਬ ਪੀ ਸਕਦਾ ਹੈ, ਪਰ ਗੁਰੂ ਦੀ ਮਤ ਦੇ ਮੁਤਾਬਕ ਨਹੀਂ ਪੀ ਸਕਦਾ। ਆਪਣੀ ਮਤ ਦੇ ਮੁਤਾਬਕ ਮਨੁੱਖ ਝੂਠ ਬੋਲ ਸਕਦਾ ਹੈ, ਜ਼ਬਰ ਕਰ ਸਕਦਾ ਹੈ, ਤਸ਼ੱਦਦ ਕਰ ਸਕਦਾ ਹੈ, ਬੇਇਨਸਾਫੀ ਕਰ ਸਕਦਾ ਹੈ, ਚੋਰੀ ਯਾਰੀ ਕਰ ਸਕਦਾ ਹੈ, ਪਰ ਜੇ ਗੁਰੂ ਦੀ ਮਤ ਲੈ ਜਾਏ ਨਹੀਂ ਕਰ ਸਕਦਾ। ਆਪਣੀ ਮਤ ਦੇ ਮੁਤਾਬਕ ਮਨੁੱਖ ਕੇਸਾਂ ਵਿੱਚ ਉਸਤਰਾ ਫੇਰ ਸਕਦਾ ਹੈ, ਕੈਂਚੀ ਫੇਰ ਸਕਦਾ ਹੈ, ਕੋਈ ਰੋਕ ਨਹੀਂ, ਨਾ ਕਾਨੂੰਨ ਦੀ ਰੋਕ ਹੈ, ਨਾ ਸਮਾਜ ਦੀ ਰੋਕ ਹੈ। ਪਰ ਗੁਰੂ ਦੀ ਮਤ ਲੈ ਜਾਏ ਫਿਰ ਕੰਗਾ ਫੇਰ ਸਕਦਾ ਹੈ, ਕੈਂਚੀ ਨਹੀਂ ਫੇਰ ਸਕਦਾ, ਉਸਤਰਾ ਨਹੀਂ ਫੇਰ ਸਕਦਾ। ਇੰਨੀ ਮੈਂ ਅਰਜ਼ ਕਰਦੇ ਹਾਂ। ਆਪਣੀ ਮਤ ਦੇ ਮੁਤਾਬਕ ਮਨੁੱਖ ਕਿਸੇ ਨੂੰ ਧੋਖਾ ਦੇ ਸਕਦਾ ਹੈ, ਹੰਕਾਰ ਕਰ ਸਕਦਾ ਹੈ, ਪਰ ਜੇ ਗੁਰੂ ਦੀ ਮਤ ਲੈ ਜਾਏ ਫਿਰ ਧੋਖਾ ਦੇਣਾ ਔਖਾ ਹੈ। ਤੋ ਬੰਦਾ ਮੱਥਾ ਟੇਕ ਕੇ ਆਪਣੀ ਮਤ ਚੁੱਕ ਲੈਂਦਾ, ਨਹੀਂ ਰੱਖਦਾ। ਮੈਂ ਗੁਰਦੁਆਰਾ ਸੀਸਗੰਜ ਸਾਹਿਬ ਦੇ ਵਿੱਚ ਇੱਕ ਐਸਾ ਸੱਜਣ ਵੀ ਦੇਖਿਆ ਸੀ, ਜਦ ਕਦੀ ਇਸ ਤਰ੍ਹਾਂ ਦੀ ਕਥਾ ਚਲੇ ਮੈਨੂੰ ਭੁੱਲਦਾ ਨਹੀਂ। ਉਹ ਹੱਥ ਦੇ ਵਿੱਚ ਦਮੜਾ ਰੱਖਦਾ ਸੀ, ਮੱਥਾ ਟੇਕਣ ਵਾਸਤੇ ਲਿਆਂਦਾ ਸੀ, ਪਰ ਮੱਥਾ ਟੇਕ ਕੇ ਦਮੜਾ ਰੱਖ ਕੇ ਚੁੱਕ ਲੈਂਦਾ ਸੀ, ਰੱਖਦਾ ਨਹੀਂ ਸੀ। ਇੱਕ ਦਿਨ ਮੇਰੀਆਂ ਨਿਗਾਹਾਂ ਪੈ ਗਈਆਂ, ਕਿਉਂਕਿ ਉੱਥੇ ਸਟੇਜ ਹੈ ਨਾ ਬਿਲਕੁਲ ਐਨ ਸਾਹਮਣੇ ਬਣੀ ਹੋਈ ਹੈ, ਜੋ ਮੱਥਾ ਟੇਕਦੇ ਨੇ ਬਿਲਕੁਲ ਨਿਗਾਹ ਉੱਪਰ ਪੈਂਦੀ ਹੈ। ਮੈਂ ਕਿਹਾ ਹੱਦ ਹੋ ਗਈ, ਇਹ ਅਜੀਬੋ ਗਰੀਬ ਬੰਦਾ ਔਰ ਚੰਗਾ ਧਨਾੜ ਹੈ, ਪੜਾ ਲਿਖਾ ਹੈ, ਸਿਆਣਾ ਹੈ, ਐਸਾ ਕਿਉਂ ਕਰਦਾ ਹੈ। ਉਸਨੂੰ ਵੀ ਬਹੁਤ ਹੋ ਗਿਆ ਵੀ ਮਸਕੀਨ ਹੋਣੇ ਦੀ ਨਿਗਾਹ ਮੇਰੇ ਤੇ ਪੈ ਗਈ ਹੈ, ਔਰ ਉਸਦਾ ਰੋਜ਼ ਦਾ ਉਹੀ ਕੰਮ। ਇੱਕ ਦਿਨ ਮੇਰੇ ਕਮਰੇ 'ਚ ਆ ਗਿਆ, ਕਹਿੰਦੇ ਗੈਨੀ ਜੀ ਖਾਲੀ ਹੱਥ ਮੱਥਾ ਟੇਕਣ ਨੂੰ ਜੀ ਨਹੀਂ ਕਰਦਾ। ਤਾਂ ਮੈਂ ਕਿ ਫਿਰ ਰੱਖ ਕੇ ਚੁੱਕ ਕਿਉਂ ਲੈਂਦੇ? ਉਹ ਕਹਿੰਦੇ ਰੱਖਣ ਨੂੰ ਵੀ ਜੀ ਨਹੀਂ ਕਰਦਾ, ਰੱਖਣ ਨੂੰ ਵੀ ਜੀ ਨਹੀਂ ਕਰਦਾ। ਪਤਾ ਨਹੀਂ ਠੀਕ ਖਰਚ ਹੋਵੇਗੀ ਕਿ ਨਹੀਂ ਖਰਚ ਹੋਵੇਗੀ, ਮੈਂ ਬਾਅਦ ਵਿੱਚ ਬਾਹਰ ਦੇ ਦੇਣਾ ਕਿਸੇ ਨੂੰ। ਮੈਂ ਕਿਹਾ ਨਹੀਂ, ਉਸ ਦੇ ਤੂੰ ਆਪਣੀ ਮਰਜ਼ੀ ਨਹੀਂ ਚਲਾ ਸਕਦਾ। ਜਦ ਭੇਟ ਕਰ ਦਿੱਤੀ ਕਰ ਦਿੱਤੀ, ਜਦ ਰੱਖ ਦਿੱਤਾ ਤਾਂ ਰੱਖ ਦਿੱਤਾ। ਇਸ ਤਰ੍ਹਾਂ ਦਾ ਮੈਂ ਇੱਕੋ ਹੀ ਬੰਦਾ ਦੇਖਿਆ ਜੋ ਧਨ ਰੱਖ ਕੇ ਚੁੱਕ ਲੈਂਦਾ ਸੀ। ਐਸੇ ਸਾਰੇ ਹੀ ਨੇ ਜੋ ਆਪਣੀ ਮਤ ਰੱਖ ਕੇ ਮਤ ਚੁੱਕ ਲੈਂਦੇ ਨੇ, ਨਹੀਂ ਭੇਟ ਕਰਦੇ ਆਪਣੀ ਮਤ। ਸਾਰੇ ਹੀ ਨੇ ਮੱਥਾ ਟੇਕਦੇ ਨੇ, ਕੌਣ ਆਪਣੀ ਮਤ ਭੇਟ ਕਰਦਾ ਹੈ? ਤਿਆਗੇ ਮਨ ਕੀ ਮਤੜੀ ਵਿਸਾਰੇ ਦੂਜਾ ਭਾਉ ਜੀ। ਆਪਣੀ ਮਤ ਇੱਥੇ ਰੱਖ ਕੇ ਜਾ, ਆਪਣੀ ਸੋਚਣੀ ਇੱਥੇ ਰੱਖ ਕੇ ਜਾ। ਤਾਂ ਹੁਣ ਮਨੁੱਖ ਆਪਣੀ ਸੋਚਣੀ ਨਹੀਂ ਰੱਖਦਾ, ਆਪਣੀ ਮਤ ਇੱਥੇ ਨਹੀਂ ਰੱਖਦਾ, ਔਰ ਗੁਰੂ ਫਿਰ ਆਪਣੀ ਮਤ ਦਿੰਦਾ ਨਹੀਂ। ਗੁਰੂ ਕਹਿੰਦਾ ਇੱਕ ਸ਼ਰਤ ਹੈ, ਆਪਣੀ ਮਤ ਇੱਥੇ ਰੱਖ, ਮੇਰੀ ਮਤ ਲੈ ਜਾ। ਗੁਰ ਕੀ ਮਤ ਤੋਂ ਲੈ ਇਆਨੇ ਭਗਤ ਬਿਨਾ ਬਹੁ ਡੂਬੇ ਸਿਆਣੇ। ਔਰ ਇਤਨੀ ਮੈਂ ਅਰਜ਼ ਕਰਾਂ, ਭਗਤੀ ਗੁਰੂ ਦੀ ਮਤ ਤੋਂ ਬਿਨਾ ਹੋ ਵੀ ਨਹੀਂ ਸਕਦੀ। ਆਪਣੀ ਮਤ ਨਾਲ ਨਹੀਂ ਕਰ ਸਕਦਾ ਕੋਈ, ਰੱਬ ਦਾ ਨਾਮ ਨਹੀਂ ਜਪ ਸਕੇਗਾ, ਮੁਸ਼ਕਿਲ ਹੈ। ਗੁਰੂ ਦੀ ਮਤ ਦੁਆਰਾ ਹੀ ਜਪਿਆ ਜਾ ਸਕਦਾ ਹੈ, ਗੁਰੂ ਦੀ ਸੋਚਣੀ ਦੁਆਰਾ, ਗੁਰੂ ਮਤ ਧਾਰਨ ਕਰਕੇ ਹੀ ਨਾਮ ਜਪਿਆ ਜਾ ਸਕਦਾ ਹੈ। ਕਹਿੰਦੇ ਨੇ ਮਨੁੱਖ ਜਦ ਬਿਰਧ ਹੋ ਜਾਂਦਾ ਹੈ, 70-80 ਵਰਿਆਂ ਦਾ ਹੋ ਜਾਂਦਾ ਹੈ, ਕੰਮ ਧੰਦਿਆਂ ਤੋਂ ਇੱਕ ਪਾਸੇ ਹੋ ਜਾਂਦਾ ਹੈ, ਕਈ ਦਫਾ ਇਹ ਗੁਰਦੁਆਰੇ ਫਿਰ ਆਉਂਦਾ ਹੈ, ਮੱਥਾ ਟੇਕਦਾ ਤੇ ਕਹਿੰਦਾ ਹੇ ਗੁਰੂ ਹੁਣ ਤੂੰ ਮੇਰੀ ਮਤ ਲੈ ਲੈ। ਪਰ ਪੁੱਛਿਆ ਜਾ ਸਕਦਾ ਤੇਰੇ ਕੋਲ ਮਤ ਰਹੀ ਵੀ ਹੈ, ਉਹ ਤੇ ਸਾਰੀ ਗਵਾ ਕੇ ਆ ਗਏ। 17 ਕਾ ਮਤਹੀਣ ਅਸੀਆਂ ਕਾ ਵਿਵਹਾਰ ਨਾ ਪਾਵੇ। ਜਿਸ ਤਾਕਤ ਨਾਲ, ਜਿਸ ਸਰੀਰਕ ਸ਼ਕਤੀ ਨਾਲ, ਜਿਸ ਦਿਮਾਗੀ ਸ਼ਕਤੀ ਨਾਲ ਧਨ ਕਮਾਈਦਾ ਹੈ, ਉਸੇ ਹੀ ਸਰੀਰਕ ਤੇ ਦਿਮਾਗੀ ਸ਼ਕਤੀ ਨਾਲ ਧਰਮ ਕਮਾਣਾ ਪੈਂਦਾ ਹੈ। ਉਹ ਵੀ ਤਾਕਤ ਮੰਗਦਾ ਹੈ। ਕਮਜ਼ੋਰ ਬੰਦਾ ਕਿਵੇਂ ਅੰਮ੍ਰਿਤ ਵੇਲੇ ਉੱਠੇਗਾ? ਕਮਜ਼ੋਰ ਤੇ ਲਾਗਰ ਬੰਦਾ ਕਿਵੇਂ ਘੰਟਾ 2 ਘੰਟਾ ਜਪ ਕਰੇਗਾ, ਬਾਣੀ ਪੜੇਗਾ, ਕਿਵੇਂ ਸੇਵਾ ਕਰੇਗਾ, ਕਿਸ ਤਰ੍ਹਾਂ ਕਰੇਗਾ? ਧਨ ਕਮਾਉਣ ਲਈ ਸਮਾਂ ਚਾਹੀਦਾ ਹੈ, ਸ਼ਕਤੀ ਚਾਹੀਦੀ ਹੈ, ਦਿਮਾਗੀ ਤਾਕਤ ਚਾਹੀਦੀ ਹੈ। ਧਰਮ ਕਮਾਉਣ ਲਈ ਵੀ ਇਹ ਸਭ ਕੁਝ ਚਾਹੀਦਾ ਹੈ। ਔਰ ਸਭ ਕੁਝ ਬੰਦਾ ਸੰਸਾਰ ਦੇ ਖਰਚ ਕਰਕੇ ਫਿਰ ਆਉਂਦਾ ਹੈ ਰੱਬ ਵਾਲੇ ਪਾਸੇ ਔਰ ਕਹਿੰਦਾ ਹੈ ਹੇ ਪ੍ਰਭੂ ਹੁਣ ਤੂੰ ਮੇਰੀ ਮਤ ਲੈ ਲੈ, ਆਪਣੀ ਮਤ ਦੇ। ਪਰ ਪੁੱਛਿਆ ਜਾ ਸਕਦਾ ਮਤ ਰਹੀ ਵੀ ਤੇ ਉਹ ਤੇ ਸਾਰੀ ਗਵਾ ਕੇ ਆ ਗਏ ਹੈ। ਸ਼ੇਖ ਸਾਦੀ ਈਰਾਨ ਦਾ ਇੱਕ ਬੜਾ ਪ੍ਰਸਿੱਧ ਸੂਫੀ ਫਕੀਰ ਹੋਇਆ ਹੈ। ਕਹਿੰਦਾ ਹੈ ਦਰ ਜਵਾਨੀ ਤੌਬਾ ਕਰਦਨ ਸੀਰਤੇ ਪੈਗੰਬਰੀਸਤ। ਕੋਈ ਬੰਦਾ ਜਵਾਨੀ ਦੇ ਵਿੱਚ ਗੁਨਾਹਾਂ ਤੋਂ ਤੋਬਾ ਕਰੇ, ਉਹ ਤੇ ਪੈਗੰਬਰਾਂ ਦੀ ਤਰ੍ਹਾਂ ਪੂਜਣ ਵਾਲਾ ਹੈ, ਪੂਜਿਆ ਜਾਣ ਵਾਲਾ ਹੈ, ਉਹ ਤੇ ਪੈਗੰਬਰ ਹੈ।
ਉਹ ਤੇ ਕੋਈ ਸੰਤ ਹੈ, ਉਹ ਤੇ ਕੋਈ ਪੂਰਨ ਪੁਰਖ ਹੈ। ਜਵਾਨ ਤੇ ਫਿਰ ਗੁਨਾਹਾਂ ਤੋਂ ਤੋਬਾ, ਕੋਈ ਪਾਪ ਨਹੀਂ, ਬੜੀ ਪਾਕੀਜ਼ਾ ਜ਼ਿੰਦਗੀ, ਬੜੀ ਪਵਿੱਤਰ ਜ਼ਿੰਦਗੀ। ਕਹਿੰਦਾ ਇਹ ਤੇ ਪੈਗੰਬਰਾਂ ਦੀ ਤਰ੍ਹਾਂ ਹੈ, ਇਹ ਤੇ ਅਵਤਾਰਾਂ ਦੀ ਤਰ੍ਹਾਂ ਹੈ। ਦਰ ਜਵਾਨੀ ਤੌਬਾ ਕਰਦਨ। ਸਾਧ ਸੰਗਤ ਜੀ, ਅੱਜ ਵਾਲੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ? ਆਪਣੇ ਸੁਝਾਅ ਕਮੈਂਟਾਂ ਵਿੱਚ ਜ਼ਰੂਰ ਦਿਓ ਜੀ, ਤਾਂ ਜੋ ਅੱਗੇ ਤੋਂ ਅਸੀਂ ਇਹੋ ਜਿਹੇ ਵੀਡੀਓ ਬਣਾਉਂਦੇ ਰਹੀਏ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।